ਪਿਛਲੇ ਲੰਬੇ ਸਮੇਂ ਤੋਂ ਅਸੀਂ ਕੋਵਿਡ ਦੀ ਮਹਾਮਾਰੀ ਨਾਲ ਜੂਝ ਰਹੇ ਹਾਂ, ਪਰ ਇਸ ਕੋਵਿਡ ਦੀ ਮਹਾਮਾਰੀ ਚੋਂ ਕਿਸ ਤਰ੍ਹਾਂ ਇੰਡਸਟਰੀ ਨੇ ਜਿਹੜਾ ਆਪਣੇ ਆਪ ਨੂੰ ਸਰਵਾਈਵਲ ਕੀਤਾ। ਪਰ ਹੁਣ ਲਗਾਤਾਰ ਜਿਹੜੀਆਂ ਸਟੀਲ ਦੀਆਂ ਕੀਮਤਾਂ 'ਚ ਵਾਧਾ ਹੋਣ ਦੇ ਨਾਲ ਛੋਟੇ ਉਦਯੋਗਾਂ ਨੂੰ ਜਿਹੜਾ ਜਿੰਦੇ ਲੱਗਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਆ, ਜਿਸ ਨੂੰ ਲੈ ਕੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਵੱਲੋਂ ਅੱਜ ਪ੍ਰਧਾਨ ਮੰਤਰੀ ਤੇ ਸਟੀਲ ਮੰਤਰੀ ਨੂੰ ਜਿਹੜਾ ਇੱਕ ਮੈਮੋਰੈਂਡਮ ਭੇਜਿਆ ਗਿਆ ਕਿ ਘੱਟੋ ਘੱਟ ਜਿਹੜਾ ਉਦਯੋਗ ਜੇਕਰ ਬਚਾਉਣੇ ਨੇ ਤਾਂ ਉਹਨਾਂ ਲਈ ਜਿਹੜਾ ਕੋਈ ਨਾ ਕੋਈ ਰਾਹਤ ਦਿੱਤੀ ਜਾਵੇ, ਕਿਉਂਕਿ ਜਿਸ ਤਰ੍ਹਾਂ ਸਟੀਲ ਦੀਆਂ ਕੀਮਤਾਂ ਵੱਧਦੀਆਂ ਨੇ ਉਸ ਨੂੰ ਲੈ ਕੇ ਕੱਚਾ ਮਾਲ ਜਿਸ ਤਰ੍ਹਾਂ ਨਹੀਂ ਮਿਲ ਰਿਹਾ, ਉਸ ਨੂੰ ਲੈ ਕੇ ਅੱਜ ਹਾਲ ਤੇ ਬਣ ਗਏ ਕਿ ਉਦਯੋਗ ਜਿਹੜੇ ਬੰਦ ਹੋਣ ਕੰਢੇ ਨੇ। ਸਾਡੇ ਨਾਲ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਯੋਗੇਸ਼ ਜੀ, ਸਰ, ਕਿੰਨੀਆਂ ਕਿ ਜਿਹੜੀਆਂ ਕੀਮਤਾਂ ਜਿਹੜੀਆਂ ਵੱਧ ਰਹੀਆਂ ਨੇ ਤੇ ਕਿੰਨਾ ਕਿ ਜਿਹੜਾ ਤੁਹਾਡਾ ਵਪਾਰ ਆ ਜਿਹੜਾ ਪ੍ਰਭਾਵਿਤ ਹੋ ਰਿਹਾ? ਸਰ, ਲਾਸਟ ਜੁਲਾਈ ਤੋਂ ਲੈ ਕੇ ਹੁਣ ਤੱਕ 55 ਤੋਂ 60% ਰਾ ਮਟੀਰੀਅਲ ਸਟੀਲ ਦੀ ਪ੍ਰਾਈਸ ਵੱਧ ਚੁੱਕੀ ਹੈਗੀ ਹੈ ਔਰ ਕੋਪਰ ਔਰ ਔਨ ਦੀ ਪ੍ਰਾਈਸ ਜਿਹੜੀ ਹੈਗੀ ਹੈ 300% ਤੱਕ ਵੱਧ ਚੁੱਕੀ ਹੈਗੀ ਹੈ। ਅਗਰ ਸਾਡਾ ਬੇਸਿਕ ਜਿਹੜਾ ਕੋਈ ਵੀ ਇੰਡਸਟਰੀ ਲਾਂਗੇ ਉਹਦਾ ਅਗਰ ਰਾ ਮਟੀਰੀਅਲ ਇਸ ਇੰਨਾ ਮਹਿੰਗਾ ਮਿਲੇਗਾ ਤਾਂ ਇੰਡਸਟਰੀ ਸਰਵਾਈਵ ਨਹੀਂ ਕਰ ਸਕਦੀ। ਔਰ ਤੁਸੀਂ ਦੇਖੋਗੇ ਤਾਂ ਸਾਡੀ ਜਿਹੜੀ ਇੰਡਸਟਰੀਜ਼ ਹੈਗੀ ਹੈ ਇਹ ਐਕਸਪੋਰਟ ਇੰਡਸਟਰੀ ਦੇ ਵਿੱਚ ਬੇਸ ਕਰਦੀ ਹੈਗੀ ਹੈ, ਡੇ ਟੂ ਡੇ ਆਰਡਰਸ ਲੈਣ ਦੇ ਵਿੱਚ ਬੇਸ ਕਰਦੀ ਹੈਗੀ ਹੈ। ਅਗਰ ਅਸੀਂ ਅੱਜ ਕੋਈ ਆਰਡਰ ਲੈਣੇ ਹੈਗੇ ਆ, ਉਹਦੀ 2 ਮਹੀਨੇ ਪਹਿਲੇ ਜਿਹੜੇ ਪ੍ਰਾਈਸ ਸੀਗੀ ਉਸ ਦੇ ਉੱਤੇ ਅੱਜ ਅਸੀਂ ਉਸ ਆਰਡਰ ਨੂੰ ਐਗਜ਼ੀਕਿਊਟ ਨਹੀਂ ਕਰ ਸਕਦੇ। 2 ਮਹੀਨੇ ਤਾਂ ਬੜੀ ਪੁਰਾਣੀ ਗੱਲ ਹੋ ਗਈ। ਅਗਰ 10 ਦਿਨ ਪਹਿਲੇ ਦਾ ਵੀ ਅਸੀਂ ਕੋਈ ਰੇਟ ਤੇ ਪ੍ਰਾਈਸ ਤੇ ਆਰਡਰ ਲੈਣੇ ਹੈਗੇ ਆ, ਅੱਜ ਅਸੀਂ ਉਹਨੂੰ ਐਗਜ਼ੀਕਿਊਟ ਨਹੀਂ ਕਰ ਸਕਦੇ। ਉਹਦੇ ਕਰਕੇ ਇੰਡਸਟਰੀ ਸਿਸਟਮ ਹੈਵੀ ਲਾਸਿਸ ਜਾ ਰਹੀਆਂ ਹੈਗੀਆਂ ਵੇ, ਮੈਂਟਲ ਟੌਰਚਰ ਹੋ ਰਿਹਾ, ਫਾਈਨੈਂਸ਼ੀਅਲ ਟੌਰਚਰ ਹੋ ਰਿਹਾ ਹੈਗਾ ਵੇ। ਇਹ ਅਗਰ ਸਰਕਾਰ ਨੇ ਇਸ ਤੇ ਕੋਈ ਕੰਟਰੋਲ ਨਹੀਂ ਕੀਤਾ ਤੇ ਜੋ ਬੜੀ ਜਲਦੀ ਹੀ ਇੰਡਸਟਰੀ ਬੰਦ ਹੋ ਜਾਏਗੀ, ਫਾਈਨੈਂਸ਼ੀਅਲ ਲਾਸਿਸ ਹੋ ਜਾਣਗੇ। ਸਾਡਾ ਲਾਸ ਤੇ ਹੋਏਗਾ, ਕੰਟਰੀ ਦਾ ਲਾਸ ਵੀ ਹੋਏਗਾ ਕਿ ਉਹਨਾਂ ਦਾ ਰੈਵਨਿਊ ਖਤਮ ਹੋ ਜਾਏਗਾ। ਔਰ ਅਗਰ ਇਹਦੇ ਨਾਲ ਸੋਸ਼ਲ ਅਨਰੈਸਟ ਆਉਣ ਦੀ ਵੀ ਉਮੀਦ ਰੱਖਦੇ ਹੈਗੇ। ਸਾਡੇ ਨਾਲ ਅਨੁਰਾਗ ਠਾਕੁਰ ਸਾਬਕਾ ਪ੍ਰਧਾਨ ਨੇ। ਅਨੁਰਾਗ ਠਾਕੁਰ, ਕੀ ਕਹਿਣਾ ਚਾਹੋਗੇ? ਜੇ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ? ਰੀਜਨ ਕੀ ਆ? ਕਮੀ ਕਿੱਥੇ ਆ? ਕੇਂਦਰ ਸਰਕਾਰ ਦੀ ਕਮੀ ਆ ਜਾਂ ਇਹਦੇ ਵਿੱਚ ਜਿਹੜਾ ਵਿੱਚ ਕੋਈ ਰਸਤੇ ਦੇ ਵਿੱਚ ਜਿਹੜਾ ਏਜੰਟ ਆ ਜਿਹੜਾ ਇਸ ਤਰ੍ਹਾਂ ਰੋਜ਼ਾਨਾ ਕੀਮਤਾਂ ਵਧੀਆਂ, ਕਿਉਂਕਿ ਅੱਜ ਤੱਕ ਇਸ ਤਰ੍ਹਾਂ ਦਾ ਹੋਇਆ ਨਹੀਂ ਕਿ ਇੰਡਸਟਰੀ। मैं तो बिलीव करता जी इस बहुत ज़्यादा एक इंटैलीजेंस फेलियर कह लो या मिसमैनेजमेंट ऑन पार्ट ऑफ सेंट्रल गवर्नमेंट स्टील इंडस्ट्री हैगी है, क्योंकि ये हो नहीं सकता कि जी कोई इनपुट कॉस्ट इन्नी वध गई हो 50% 2-3 महीनों च कोई होर हो गया हो। ये तो कोई ना कोई साजिश हैगी है, कोई ना कोई शायद कोशिश हैगी है किसी कंपनियां नू बेनिफिट देने दी ते छोटी इंडस्ट्री नू मारन दी, ते बिकॉज ऑफ रॉन्ग पॉलिसीज़ करके ही ये इन्ना कुछ हो सकिया। अदरवाइज साड़ी समझ तो बाहर हैगा कि इन्ना की हो गया कि पिछले 3 महीनों च 50% रेट वध जान, ये पॉसिबल नहीं हैगा नॉर्मल ਸਰਕਮਸਟੈਂਸਿਸ ਦੇ ਅੰਦਰ। ਤੁਹਾਨੂੰ ਕੀ ਲੱਗਦਾ ਕਿ ਇਹਨੂੰ ਲੈ ਕੇ ਕੇਂਦਰ ਸਰਕਾਰ ਬਿਲਕੁਲ ਬੇਸਲੀ ਹੋਈ ਬੈਠੀ ਆ ਕਿ ਉਹਨਾਂ ਦਾ ਜਾਂ ਵਪਾਰੀਆਂ ਲਈ ਉਹਨਾਂ ਦਾ ਕੋਈ ਹੈ ਨਹੀਂ? ਲੱਗਦਾ ਨਹੀਂ ਕਿ ਜਿਹੜੇ ਐਮਐਸਐਮਈ ਜਿਹੜੇ ਨੇ ਬੈਕਬੋਨ ਤੁਸੀਂ ਕਹਿੰਦੇ ਹੋ ਕਿ ਸਾਡੀ ਉਹਨਾਂ ਦੀ ਇੰਡਸਟਰੀ ਦੀ ਆ, ਪਰ ਹਲੇ ਤੱਕ ਦੇਖਿਆ ਜਾਏ ਕਿ ਸਰਕਾਰ ਜਿਹੜਾ ਇਸ ਨੂੰ ਲੈ ਕੇ ਕਿਹੜਾ ਬੇਸਲੀ ਕਿਉਂ ਨਜ਼ਰ ਆ ਰਹੀ ਹੈ? ਸਰ, ਗੂੰਗੀ ਸਰਕਾਰ ਤੇ ਹੋ ਚੁੱਕੀ ਹੈਗੀ ਹੈ। ਐ ਤਾਂ ਮੈਂ ਕਹਾਂਗਾ ਜੀ ਜਿਹੜੇ ਸਾਡੇ ਫਾਰਮਰ ਹੈਗੇ ਨੇ ਉਹ ਵੀ ਪਿਛਲੇ 30 ਦਿਨਾਂ ਤੋਂ ਬਾਰਡਰ ਤੇ ਬੈਠੇ ਨੇ, ਉਹਨਾਂ ਦੀ ਗੱਲ ਵੀ ਨਹੀਂ ਸੁਣੀ ਜਾ ਰਹੀ। ਸਰਕਾਰ ਆਮ ਆਦਮੀ ਦੀ ਗੱਲ ਬਿਲਕੁਲ ਨਹੀਂ ਸੁਣ ਰਹੀ ਹੈਗੀ ਹੈ, ਨਾ ਫਾਰਮਰਸ ਦੀ ਸੁਣ ਰਹੀ ਹੈ, ਨਾ ਇੰਡਸਟਰੀ ਦੀ ਸੁਣ ਰਹੀ ਹੈ, ਨਾ ਆਪਣੇ ਮੰਤਰੀਆਂ ਦੀ ਸੁਣ ਰਹੀ ਹੈਗੀ ਹੈ। ਸਾਡੇ ਜਿਹੜੇ ਐਮਐਸਐਮਈ ਦੇ ਮੰਤਰੀ ਹੈਗੇ ਨੇ ਨਿਤਿਨ ਗਡਕਰੀ ਜੀ, ਉਹਨਾਂ ਨੇ ਵੀ 10 ਦਿਨ ਪਹਿਲਾਂ ਇਹ ਸੈਂਟਰ ਪ੍ਰਾਈਮ ਮਿਨਿਸਟਰ ਜੀ ਸਾਹਿਬ ਨੂੰ ਲਿਖਿਆ ਹੈਗਾ ਕਿ ਜੀ 55% ਰੇਟ ਵੱਧ ਗਏ ਨੇ, ਉਹਦੇ ਕਰਕੇ ਸਾਰੇ ਹਾਈਵੇ ਪ੍ਰੋਜੈਕਟਸ ਠੱਪ ਹੋ ਗਏ ਨੇ। ਉਹਦਾ ਵੀ ਕੋਈ ਜਵਾਬ ਪ੍ਰਾਈਮ ਮਿਨਿਸਟਰ ਵੱਲੋਂ ਕੋਈ ਮਨ ਦੀ ਬਾਤ ਕੋਈ ਸਾਨੂੰ ਨਹੀਂ ਸੁਣਨ ਨੂੰ ਮਿਲੀ। ਠੀਕ ਹੈ, ਬਿਲਕੁਲ। ਯੋਗੇਸ਼ ਜੀ, ਪਹਿਲਾਂ ਅਸੀਂ ਕੋਵਿਡ ਚੋਂ ਨਿਕਲੇ ਹਾਂ, ਉਦੋਂ ਬਾਅਦ ਟ੍ਰੇਨਾਂ ਬੰਦ ਹੋਣ ਨਾਲ ਉਦੋਂ ਪ੍ਰਭਾਵਿਤ ਹੋਇਆ, ਫਿਰ ਜਿਹੜਾ ਸੜਕਾਂ ਰਾਹੀਂ ਜਿਹੜਾ ਮਾਲ ਕਿਤੇ ਨਾ ਕਿਤੇ ਪਹੁੰਚਦਾ ਰਿਹਾ। ਹੁਣ ਜਿਹੜੀਆਂ ਲਗਾਤਾਰ ਕੀਮਤਾਂ ਰੋਜ਼ਾਨਾ ਵਧਣ ਦੇ ਨਾਲ ਤੁਹਾਨੂੰ ਕੀ ਲੱਗਦਾ ਜਿਹੜਾ ਇਹਦੇ ਨਾਲ ਕਿੰਨੀ ਕੁ ਬੇਰੁਜ਼ਗਾਰੀ, ਜਿਹੜਾ ਜੇਕਰ ਇਸ ਤਰ੍ਹਾਂ ਤੁਹਾਡੇ ਤਾਲੇ ਲੱਗ ਗਏ ਤਾਂ ਕਿੰਨੀ ਕੁ ਬੇਰੁਜ਼ਗਾਰੀ 'ਚ ਵਾਧਾ ਹੋਊ? ਮੈਂ ਸਿਰਫ ਮੋਹਾਲੀ ਦੀ ਗੱਲ ਕਰਾਂ ਤਾਂ ਇੱਥੇ 10,000 ਤੋਂ ਉੱਤੇ ਐਮਐਸਐਮਈ ਯੂਨਿਟ ਹੈਗੇ ਆ। ਉਹਦੇ ਵਿੱਚ 10% ਜਿਹੜੇ ਐਕਸਪੋਰਟਰ ਹੈਗੇ ਆ, 80% ਹੈਗੇ ਜਿਹੜੇ ਕਿ ਆਪਣਾ ਜਾਂ ਵੱਡੀ ਕੰਪਨੀਆਂ ਉੱਤੇ ਡਿਪੈਂਡ ਕਰਦੀਆਂ ਹੈਗੀਆਂ, ਉਹਨਾਂ ਦੇ ਨਾਲ ਅਟੈਚਡ ਹੈਗੇ ਆ। 15-20% ਐਸੇ ਹੋਣਗੇ ਜਿਹੜੇ ਆਪਣੀ ਪ੍ਰੋਡਕਟ ਬਣਾ ਰਹੇ ਹੈਗੇ ਆ। ਇਹ ਸਾਰੀ ਇੰਡਸਟਰੀ, ਵੈਦਰ ਤੁਸੀਂ ਆਪਣੀ ਪ੍ਰੋਡਕਟ ਬਣਾ ਰਹੇ ਹੋਵੋ ਜਾਂ ਤੁਸੀਂ ਐਕਸਪੋਰਟ ਕਰਦੇ ਹੋਵੋ ਜਾਂ ਤੁਸੀਂ ਕਿਸੇ ਵੱਡੀ ਇੰਡਸਟਰੀ ਦੀ ਇਨਸਿਲਰੀ ਹੋਵੇ, ਇਹ ਸਾਰਿਆਂ ਉੱਤੇ ਬਹੁਤ ਵੱਡਾ ਇਫੈਕਟ ਪੈ ਰਿਹਾ ਹੈਗਾ ਵੇ। ਅਗਰ ਇਹ ਜਲਦ ਤੋਂ ਜਲਦ ਸਰਕਾਰ ਨੇ ਇਹਦੇ ਉੱਤੇ ਕੰਟਰੋਲ ਨਾ ਕੀਤਾ ਤਾਂ ਮੇਰੇ ਖਿਆਲ ਨਾਲ ਅਗਲੇ ਮਹੀਨੇ ਦੇ ਵਿੱਚ ਫੈਕਟਰੀਆਂ ਨੂੰ ਤਾਲੇ ਲੱਗਣੇ ਸ਼ੁਰੂ ਹੋ ਜਾਣਗੇ। ਕੁਝ ਕੰਪਨੀਆਂ ਤੇ ਆਪਣਾ ਇਨਸੋਲਵੈਂਸੀ ਡਿਕਲੇਅਰ ਹੋ ਸਕਦੀ ਹੈਗੀ ਹੈ, ਬੈਂਕਰਪਸੀ ਆ ਸਕਦੀ ਹੈਗੀ ਹੈ, ਕਿਉਂਕਿ ਇਸ ਟਾਈਮ ਸਭ ਦੇ ਕੈਸ਼ ਫਲੋ ਖਤਮ ਹੋ ਰਹੇ ਹੈਗੇ ਆ, ਬਾਇੰਗ ਪਾਵਰ ਖਤਮ ਹੋ ਚੁੱਕੀ। ਤੁਸੀਂ ਇਮੈਜਿਨ
ਇਮੇਜਿਨ ਕਰੋ ਜਿਹੜੀ ਪ੍ਰੋਡਕਟ ਅੱਜ ਤੋਂ 4 ਮਹੀਨੇ ਪਹਿਲੇ 40 ਰੁਪਏ ਦੀ ਕਿਲੋ ਮਿਲਦੀ ਸੀਗੀ, ਅੱਜ ਉਹ 60 ਰੁਪਏ ਕਿਲੋ ਮਿਲਦੀ ਪਈ ਹੈਗੀ ਹੈ। ਉਹਦੇ ਨਾਲ ਫਿਰ ਉਸ ਤੋਂ ਬਾਅਦ ਅੱਗੇ ਸਾਨੂੰ ਕੁਝ ਕ੍ਰੈਡਿਟ ਮਿਲਦਾ ਸੀਗਾ, ਉਹ ਕ੍ਰੈਡਿਟ ਖਤਮ ਹੋ ਗਿਆ, ਸਾਨੂੰ ਅੱਜ ਐਡਵਾਂਸ ਦੇ ਵਿੱਚ ਪੈਸੇ ਦੇਣੇ ਪੈਂਦੇ ਹੈਗੇ ਆ। ਉਸ ਤੋਂ ਬਾਵਜੂਦ ਵੀ ਜਿਹੜੇ ਮੈਨੂਫੈਕਚਰਰਸ ਹੈਗੇ ਆ ਉਹ ਸਾਨੂੰ ਟਾਈਮ ਸਿਰ ਰਾ ਮਟੀਰੀਅਲ ਨਹੀਂ ਦੇ ਰਹੇ ਹੈਗੇ ਆ। ਉਹਦੇ ਕਰਕੇ ਸਾਡੇ ਉੱਤੇ ਇੱਕ ਇੰਨਾ ਜ਼ਿਆਦਾ ਸਟ੍ਰੈਸ ਪੈ ਗਿਆ, ਕਈ ਵਾਰੀ ਸਾਡੀ ਲੇਬਰ ਸਾਰਾ ਦਿਨ ਖਾਲੀ ਬੈਠੀ ਰਹਿੰਦੀ ਹੈਗੀ ਆ, ਉਹਨਾਂ ਨੂੰ ਸਾਨੂੰ ਖਾਲੀ ਬੈਠ ਕੇ ਤਨਖਾਹ ਦੇਣੀ ਪੈਂਦੀ ਹੈ। ਪਲੱਸ ਅਸੀਂ ਆਪਣੇ ਆਰਡਰ ਜਦੋਂ ਐਗਜ਼ੀਕਿਊਟ ਨਹੀਂ ਕਰਾਂਗੇ ਤਾਂ ਜਿਹੜੀ ਸਾਡੀ ਵੱਡੀ ਕੰਪਨੀ ਜਿਨ੍ਹਾਂ ਅਸੀਂ ਕੰਮ ਕਰਦੇ ਹੈਗੇ ਆ ਉੱਥੇ ਵੀ ਚਾਂਸਿਸ ਹੈਗੇ ਆ ਕਿ ਅਸੀਂ ਬਲੈਕ ਲਿਸਟ ਹੋ ਜਾਈਏ, ਕਿਉਂਕਿ ਉਹਨਾਂ ਦੀ ਅਗਰ ਸਾਡੀ ਪ੍ਰੋਡਕਟ ਨਹੀਂ ਜਾਏਗੀ ਉਹਨਾਂ ਦਾ ਅੱਗੇ ਬਿਜ਼ਨਸ ਰੁਕ ਜਾਏਗਾ। ਇੱਕ ਕਾਰਨ ਇਹ ਵੀ ਹੋ ਸਕਦਾ ਕਿ ਜਿਹੜੇ ਰੋਜ਼ਾਨਾ ਜਿਹੜੇ ਰੇਟ ਵੱਧਦੇ ਨੇ, ਉਹ ਜਿਹੜਾ ਹੋਲਸੇਲ ਆ ਉੱਥੇ ਮਾਲ ਰੋਕ ਦੇਵੇ ਵੀ ਹਾਂ 2 ਦਿਨ ਬਾਅਦ ਹੋਰ ਰੇਟ ਵਧਣਗੇ, ਆਪਾਂ ਉਦੋਂ ਬਾਅਦ ਵੇਚਾਂਗੇ। ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਕਰਦਾ ਜੀ। ਅਸੀਂ ਇਹ ਪ੍ਰੈਸ ਨੋਟ ਦੇ ਵਿੱਚ ਵੀ ਦਿੱਤਾ ਹੈਗਾ ਵੇ ਕਿ ਇਹਦੇ 'ਚ ਕੁਛ ਐਲੀਮੈਂਟ ਐਸਾ ਵੀ ਹੈਗਾ ਵੇ, ਜਿਹੜੇ ਸਟਾਕਿਸਟ ਹੈਗੇ ਆ ਉਹ ਆਪਣਾ ਰਾ ਮਟੀਰੀਅਲ ਵੇਚ ਹੀ ਨਹੀਂ ਰਹੇ ਹੈਗੇ, ਉਹ ਰਾ ਮਟੀਰੀਅਲ ਨੂੰ ਅੰਦਰ ਹੋਲਡ ਕਰ ਰਿਹਾ। ਉਹ ਕਿਉਂ ਇਸ ਲਈ ਹੋਲਡ ਕਰ ਰਹੇ ਹੈਗੇ? ਅਗਰ ਮਹੀਨੇ 'ਚ ਇੱਕ ਵਾਰੀ ਪ੍ਰਾਈਸ ਵਧੇਗੀ, ਉਹਨਾਂ ਨੂੰ ਪਤਾ ਇੱਕ ਵਾਰੀ ਵਧੇਗੀ, 3 ਦਿਨ ਨਹੀਂ ਵਧੀ ਸੀ ਰਾ ਮਟੀਰੀਅਲ ਵੇਚੀਏ। ਅੱਜ ਤੇ ਹੋ ਰਿਹਾ ਕਿ ਸੋਮਵਾਰ ਰਾ ਮਟੀਰੀਅਲ ਦਾ ਰੇਟ ਕੁਛ ਹੁੰਦਾ, ਬੁੱਧਵਾਰ ਕੁਛ ਹੁੰਦਾ, ਤੇ ਉਹਨਾਂ ਨੂੰ ਪਤਾ ਕਿ ਅਸੀਂ ਅੰਦਰ ਮਾਲ ਸਾਡਾ ਪਿਆ ਉਹ 15% ਰਾਈਜ਼ ਵੱਧ ਗਈ ਹੈ ਤੇ 15% ਉਹਨਾਂ ਦੀ ਵੀ ਰਾ ਮਟੀਰੀਅਲ ਦੀ ਵੈਲਿਊ ਵੱਧ ਗਈ ਹੈ। ਹੁਣ ਫਿਰ ਤੁਹਾਡੇ ਮੋਹਾਲੀ ਇੰਡਸਟਰੀ ਵੱਲੋਂ ਫੈਸਲਾ ਲਿਆ ਗਿਆ, ਕੋਈ ਐਕਸ਼ਨ ਜਿਹੜਾ ਇਹਦੇ ਖਿਲਾਫ ਲਿਆ ਜਾਊਗਾ? ਜੇਕਰ ਤੁਸੀਂ ਇਸ ਹਾਲ ਤੇ ਸੜਕਾਂ ਤੇ ਉਤਰੋਗੇ ਤਾਂ ਲਗਾਤਾਰ ਜਿਹੜਾ ਤੁਸੀਂ ਕੋਈ ਨਾ ਕੋਈ ਫੈਸਲਾ ਵੀ ਤਾਂ ਲਿਆ ਹੋਊਗਾ। ਅਸੀਂ ਇੱਕ ਫੈਸਲਾ ਲਿੱਤਾ ਹੈ ਜੀ ਕਿ ਪਹਿਲੇ ਤੇ ਅਸੀਂ ਹੱਥ ਜੋੜ ਕੇ ਵਰਦੀ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਇੰਡਸਟਰੀ ਮਿਨਿਸਟਰ ਨੂੰ, ਸਟੀਲ ਮਿਨਿਸਟਰ ਨੂੰ ਤੇ MSME ਮਿਨਿਸਟਰ ਨੂੰ ਰਿਕੁਐਸਟ ਕੀਤੀ, ਲੈਟਰ ਪਾ ਰਹੇ ਹੈਗੇ ਥਰੂ DC ਸਰ ਨੂੰ ਕਿ ਸਾਡੀ ਇਸ ਪ੍ਰੋਬਲਮ ਨੂੰ ਸੋਲਵ ਕੀਤਾ ਜਾਵੇ। ਐਂਡ ਸਾਨੂੰ ਪੂਰੀ ਉਮੀਦ ਹੈਗੀ ਹੈ ਕਿ ਸਾਡੇ, ਕਿਉਂਕਿ ਜਿਹੜੇ MSME ਮਿਨਿਸਟਰ ਹੈਗੇ ਬਹੁਤ ਐਕਟਿਵ ਹੈਗੇ ਆ, ਉਹਨਾਂ ਦੀ ਕੋਆਪਰੇਸ਼ਨ ਨਾਲ ਸ਼ਾਇਦ ਸਟੀਲ ਪ੍ਰਾਈਸ ਦੇ ਉੱਤੇ ਕੰਟਰੋਲ ਆ ਜਾਏ। ਅਸੀਂ ਤਾਂ ਇਹੀ ਚਾਹਾਂਗੇ ਕਿ ਕੰਟਰੋਲ ਆ ਜਾਏ ਤਾਂ ਅਸੀਂ ਆਪਣਾ ਇੰਡਸਟਰੀ ਚਲਾਈਏ, ਅਸੀਂ ਹੋਰ ਕੋਈ ਕੰਮ ਨਾ ਕਰੀਏ। ਕੋਈ ਟਾਈਮ ਬਾਉਂਡ ਹੈ ਕੋਈ ਵੀ? ਅਸੀਂ 10 ਤੇ 15 ਦਿਨ ਦੇ ਵਿੱਚ ਦਾ ਟਾਈਮ ਹੈਗਾ ਸਾਡੇ ਕੋਲ। 7 ਜਨਵਰੀ ਦੇ ਆਸ-ਪਾਸ ਅਸੀਂ ਫਿਰ ਨਹੀਂ ਤੇ ਬਾਕੀ ਪੰਜਾਬ ਦੇ ਜਿਹੜੇ ਐਸੋਸੀਏਸ਼ਨਸ ਹੈਗੀਆਂ ਐਵੇਂ ਉਹਨਾਂ ਨਾਲ ਸਲਾਹ ਕਰਕੇ ਅਸੀਂ ਬੰਦ ਕਰਨ ਦੇ ਸਟੇਜ ਤੇ ਆ ਜਾਵਾਂਗੇ। ਨਾਲ ਜਿਹੜਾ ਕਿਸਾਨਾਂ ਦਾ ਅੰਦੋਲਨ ਚੱਲਦਾ ਇਸ ਠੰਡ ਦੇ ਵਿੱਚ ਹੋਏ ਨੇ, ਤੁਹਾਡੀ ਐਸੋਸੀਏਸ਼ਨ ਕੀ ਉਹਨਾਂ ਦਾ ਕਿਸਾਨਾਂ ਦਾ ਸਮਰਥਨ ਕਰਦੀ ਹੈ? ਅਸੀਂ ਅੱਗੇ ਵੀ ਪ੍ਰੈਸ ਰਿਪੋਰਟ 'ਚ ਗਿਆ ਸੀਗਾ, ਅੱਜ ਅਸੀਂ ਫੇਰ ਕਹਿੰਦੇ ਹੈਗੇ ਆ, ਕਿਸਾਨ ਸਾਡੇ ਭਰਾ ਹੈਗੇ ਆ, ਉਹਨਾਂ ਦੀ ਜਿਹੜੀ ਪ੍ਰੋਬਲਮ ਹੈਗੀ ਹੈ ਐਮੀਕੇਬਲੀ ਸੈਂਟਰ ਗਵਰਨਮੈਂਟ ਸੁਣ ਕੇ ਸੋਲਵ ਕਰਨੀ ਚਾਹੀਦੀ ਹੈਗੀ ਹੈ। ਅਸੀਂ ਫਾਰਮਰਸ ਦੇ ਨਾਲ ਖੜੇ ਹੈਗੇ, ਮੋਢਾ ਨਾਲ ਮੋਢਾ ਜੋੜ ਕੇ। ਅਗਰ ਸਾਨੂੰ ਕੱਲ੍ਹ ਨੂੰ ਲੋੜ ਪਈ ਅਸੀਂ ਫਾਈਨੈਂਸ਼ੀਅਲੀ ਵੀ ਉਹਨਾਂ ਵਾਸਤੇ ਆਪਣੇ ਕੋਲੋਂ ਜ਼ਰੂਰ ਕੰਟਰੀਬਿਊਟ ਕਰਾਂਗੇ। ਬਿਲਕੁਲ, ਸਾਡੇ ਨਾਲ ਮੋਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਪ੍ਰਧਾਨ ਤੀ ਜੋਗੇਸ਼ ਜੀ ਤੇ ਨਾਲ ਸਾਡੇ ਅਨੁਰਾਗ ਜੀ ਸੀਗੇ। ਤੇ ਲਗਾਤਾਰ ਇਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਸਿਰਫ ਹੁਣ ਜਿਹੜੀ ਇਹਨਾਂ ਨੇ ਗੇਂਦ ਸਿੱਟੀ ਆ, ਕੇਂਦਰ ਸਰਕਾਰ ਦੇ ਪਾਲੇ ਸਿੱਟੀ ਆ ਕਿ ਕੇਂਦਰ ਸਰਕਾਰ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਜਿਹੜਾ ਪੱਖਪਾਤ ਕਰ ਰਹੀ ਆ, ਹੁਣ ਉਹ ਵਪਾਰੀਆਂ ਨਾਲ ਵੀ ਇਸ ਤਰ੍ਹਾਂ ਕਰ ਰਹੀ ਆ, ਕਿਉਂਕਿ ਰੋਜ਼ਾਨਾ ਕੀਮਤਾਂ ਵਧਣ ਦੇ ਨਾਲ ਹਾਲਾਤ ਇਹ ਬਣ ਗਏ ਨੇ ਕਿ ਇਹਨਾਂ ਨੂੰ ਕੱਚਾ ਮਾਲ ਨਹੀਂ ਮਿਲ ਰਿਹਾ ਤੇ ਉਦਯੋਗਾਂ ਨੂੰ ਜਿਹੜਾ ਜਿੰਦਰੇ ਲੱਗਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਆ, ਜਿਸ ਨਾਲ ਜਿਹੜਾ ਫਾਈਨੈਂਸ਼ੀਅਲੀ ਲਾਸ ਤਾਂ ਹੋਊਗਾ ਤੇ ਵੱਡੇ ਪੱਧਰ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਹੋਗੇ, ਨਾਲ ਜਿਹੜਾ ਬੇਰੁਜ਼ਗਾਰੀ 'ਚ ਵਾਧਾ ਹੋਊਗਾ। ਹੁਣ ਇਹ ਸੋਚਣਾ ਜਿਹੜਾ ਆ ਸਰਕਾਰਾਂ ਦਾ ਕੰਮ ਆ ਕਿ ਇਸ ਦੇਸ਼ ਨੂੰ ਜਿਸ ਤਰ੍ਹਾਂ ਉਹਨਾਂ ਨੇ ਜਿਹੜੀਆਂ ਪਾਲਿਸੀਆਂ ਨੇ ਉਹਨੂੰ ਸੁਧਾਰ ਕਿਵੇਂ ਕਰਨਾ ਤੇ ਸਾਡੀ ਜਿਹੜੇ ਇੰਡਸਟਰੀ ਨੂੰ ਗਰੋਥ ਕਿਵੇਂ ਲੈ ਕੇ ਆਉਣੀ ਆ, ਤਾਂ ਕਿ ਜਿਹੜਾ ਬੇਰੁਜ਼ਗਾਰੀ 'ਚ ਜਿਹੜਾ ਇਸ ਤਰ੍ਹਾਂ ਜਿਹੜਾ ਵਾਧਾ ਨਾ ਹੋਵੇ ਤੇ ਦੁਬਾਰਾ ਜਿਹੜਾ ਨੌਜਵਾਨਾਂ ਨੂੰ ਸਰਕਾਰ ਕਹਿੰਦੀ ਹੈ ਅਸੀਂ ਘਰ ਘਰ ਰੁਜ਼ਗਾਰ ਦੇਣੇ ਨੇ ਤੇ ਇਹ ਰੁਜ਼ਗਾਰ ਦੇ ਰਹੇ ਨੇ ਤਾਂ ਸਰਕਾਰ ਇਹਨਾਂ ਦੇ ਰੁਜ਼ਗਾਰ ਖੋ ਰਹੀ ਆ, ਖੁਦ ਇਹਨਾਂ ਨੂੰ ਸੜਕਾਂ ਤੇ ਲੈ ਕੇ ਆਉਣ ਦੀ ਤਿਆਰੀ ਦੇ ਵਿੱਚ ਹੈ। ਇਸ ਲਈ ਜ਼ਰੂਰੀ ਆ ਕਿ ਕੇਂਦਰ ਸਰਕਾਰ ਇਸ ਨੂੰ ਲੈ ਕੇ ਕੋਈ ਸਪਸ਼ਟ ਜਿਹੜੀਆਂ ਨੀਤੀ ਬਣਾਵੇ ਤਾਂ ਕਿ ਜਿਹੜਾ ਵਪਾਰ ਦੁਬਾਰਾ ਫੇਰ ਪੈਰਾਂ ਸਿਰ ਚੱਲ ਸਕੇ। ਕੈਮਰਾਮੈਨ ਰਜਤ ਦੇ ਨਾਲ ਗੁਰਦੀਪ ਬੈਨੀਪਾਲ, ਡੇਲੀ ਪੋਸਟ ਪੰਜਾਬੀ।